ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਦੇਸ਼ ਪ੍ਰਦੇਸ਼ ਦੇ ਵਿੱਚ। ਮੈਂ ਰਣਵੀਰ ਸੰਧੂ, ਮੇਰੇ ਨਾਲ ਡਾਕਟਰ ਰਵੀ ਗਰਗ ਜੀ, ਪਾਇਨਰ ਇਮੀਗ੍ਰੇਸ਼ਨ ਤੋਂ। ਇਹ ਕਾਫੀ ਲੰਮਾ ਸਮਾਂ ਕੈਨੇਡਾ ਦੇ ਵਿੱਚ ਬਿਤਾਉਣ ਤੋਂ ਬਾਅਦ ਇੱਥੇ ਸਰਵਿਸ ਜਦੋਂ ਸ਼ੁਰੂ ਕੀਤੀ, ਹੁਣ ਵੀ ਪਰਿਵਾਰ ਕੋਲ ਜਾਂਦੇ ਨੇ। ਉਹਦਾ ਫਾਇਦਾ ਸਾਨੂੰ ਹੋ ਜਾਂਦਾ ਹੈ, ਦੇਸ਼ ਪ੍ਰਦੇਸ਼ ਨੂੰ ਹੋ ਜਾਂਦਾ ਹੈ, ਸਾਡੇ ਦਰਸ਼ਕਾਂ ਨੂੰ ਹੋ ਜਾਂਦਾ ਹੈ ਕਿ ਇੱਕ ਅਪਡੇਟ ਉੱਥੋਂ ਆ ਜਾਂਦੀ ਹੈ। ਕਿਉਂਕਿ ਨੈੱਟ 'ਤੇ ਕੋਈ ਵੀ ਵਿਅਕਤੀ, ਫੇਸਬੁੱਕ, ਯੂਟਿਊਬ 'ਤੇ ਉਹ ਆਪਣੇ ਹੱਕ ਦੀ ਹੀ ਗੱਲ ਕਰਦਾ ਹੈ ਕਿ ਸਾਡੇ ਤੋਂ ਵੀਜ਼ਾ ਲਵਾ ਲਓ, ਸਾਡਾ ਕਾਲਜ ਆਹ ਚੰਗਾ ਹੈ, ਜਾਂ ਕੋਈ ਬੱਚਾ ਕਿਸੇ ਦੀ ਪ੍ਰਮੋਸ਼ਨ ਕਰਦਾ ਹੈ। ਕੁਛ ਨੈਗੇਟਿਵ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਤੱਕ ਜਦੋਂ ਪਹੁੰਚਦੀਆਂ ਤਾਂ ਉਹ ਸਾਨੂੰ ਕੁਛ ਸਿਖਾ ਕੇ ਜਾਂਦੀਆਂ। ਬੜੇ ਬੱਚੇ ਨੇ ਜਿਹੜੇ ਕਾਮਯਾਬ ਨਹੀਂ ਹੋ ਰਹੇ ਕੈਨੇਡਾ 'ਚ, ਕੋਈ ਦੱਸਦਾ ਨਹੀਂ। ਬੜੇ ਬੱਚੇ ਨੇ ਜਿਹੜੇ ਵਾਪਸ ਆਉਣਗੇ, ਯਾਦ ਰੱਖਣਾ, ਇਹ ਵਰਡਿੰਗ ਮੇਰੀ ਰਿਕਾਰਡ ਕਰ ਲਓ, ਕੱਟ ਕੇ ਰੱਖ ਲਿਓ, ਕਿਉਂਕਿ ਅਸੀਂ ਇੱਕ ਸ਼ਬਦ ਬੋਲਦੇ ਹਾਂ ਕੈਨੇਡਾ ਜਾਣ ਵਾਲੇ, ਭੇਜ ਦਿਓ ਜੀ, ਦੇਖ ਲਾਂਗੇ। ਮੈਂ ਕੱਲ੍ਹ ਵੀ ਇੱਕ ਸ਼ੋਅ 'ਚ ਕਿਹਾ ਸੀ, ਉਹ ਕੀ ਦੇਖਦੇ ਹੋ ਤੁਸੀਂ? ਕਿਹੜੀ ਡਾਕੂਮੈਂਟਰੀ ਹੈ, ਕਿਹੜੀ ਫਿਲਮ ਹੈ, ਕਿਹੜਾ ਜਾਦੂ ਮੰਤਰ ਹੈ, ਕਿਹੜਾ ਆਲਾਦੀਨ ਦਾ ਚਿਰਾਗ ਹੈ ਕਿ ਕੈਨੇਡਾ ਜਾ ਕੇ ਬਸ ਸਭ ਕੁਝ ਠੀਕ ਹੋ ਜਾਂਦਾ। ਪਹੁੰਚਣ ਦਾ ਮਤਲਬ ਇੱਕ ਤੁਹਾਨੂੰ ਐਂਟਰੀ ਮਿਲਦੀ ਹੈ, ਉਸ ਤੋਂ ਅਗਲਾ ਜਿਹੜਾ ਸਫ਼ਰ ਸ਼ੁਰੂ ਹੁੰਦਾ ਬੜਾ ਖਤਰਨਾਕ ਤਰੀਕੇ ਦਾ, ਉਹਨੂੰ ਬੜਾ ਸੰਜੀਦਗੀ ਦੇ ਨਾਲ ਲੈਣਾ। ਇਸ ਦੇ ਨਾਲ ਨਾਲ ਕਾਫੀ ਅਹਿਮ ਪਹਿਲੂ ਨੇ, ਵੀਜ਼ਾਜ਼ ਨੂੰ ਲੈ ਕੇ, 5.5 ਬੈਂਡ ਨੂੰ ਲੈ ਕੇ, ਟੂਰਿਸਟ ਨੂੰ ਲੈ ਕੇ, ਸਪੌਸ ਕੇਸ ਨੂੰ ਲੈ ਕੇ, ਰਿਫਿਊਜ਼ਲ ਵਾਲੀਆਂ ਦੁਆਰਾ ਵੀਜ਼ਾਜ਼ ਨੂੰ ਲੈ ਕੇ। ਸੋ ਇਹ ਗੱਲਾਂ ਵੀ ਕਰਾਂਗੇ, ਪਰ ਸ਼ੁਰੂਆਤ ਅਸੀਂ ਕੈਨੇਡਾ ਦੀ ਫੇਰੀ ਦੇ ਵਿੱਚੋਂ ਕੁਛ ਜਿਹੜੀਆਂ ਝਲਕਾਂ, ਅੰਸ਼ ਨੇ, ਚਿਤਰਾਤਮਕ ਗੱਲਾਂ ਬਾਤਾਂ ਰਾਹੀਂ ਪੇਸ਼ ਕਰਾਂਗੇ। ਕੋਈ ਵੀਡੀਓ ਨਹੀਂ ਸੀ ਦਿਖਾ ਰਹੇ। ਸੋ ਡਾਕਟਰ ਸਾਹਿਬ, ਸਵਾਗਤ ਸਭ ਤੋਂ ਪਹਿਲਾਂ। ਸੋ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਸੀਂ ਅਕਾਲ। ਤਾਂ ਤੁਹਾਨੂੰ ਹਰ ਹਫਤੇ ਸੱਦਾ ਦਿੰਦੇ ਹਾਂ, ਤੁਸੀਂ ਕੈਨੇਡਾ ਚਲੇ ਜਾਂਦੇ ਹੋ। ਹਾਂਜੀ, ਅਸੀਂ ਤਾਂ ਸੱਦਾ ਤੁਹਾਨੂੰ ਹਰ ਹਫਤੇ ਦਿੰਦੇ ਹਾਂ, ਪਰ ਤੁਸੀਂ ਕੈਨੇਡਾ ਚਲੇ ਜਾਂਦੇ ਚਲੋ ਹੋ। ਦੁਨੀਆਦਾਰੀ ਸਾਰੀ ਦੇਖਣੀ ਜੀ, ਜ਼ਰੂਰੀ ਹੈ, ਲੇਕਿਨ ਮੈਂ ਤੁਹਾਡੀ ਜਿਹੜੀ ਗੱਲਾਂ ਕੀਤੀਆਂ ਸੀ, ਹੁਣ ਜਿਹੜੀ ਤੁਸੀਂ ਸੱਦੇ ਦੀ ਗੱਲ ਕੀਤੀ, ਉਹਦੇ ਵਿੱਚ ਵੀ ਮੈਂ ਨਾਲ ਗੱਲ ਕਰਨਾ ਚਾਹੁੰਦਾ ਕਿ ਇੱਕ ਹੁੰਦੀ ਹੈ ਸਕੂਬਾ ਡਾਈਵਿੰਗ। ਉਹ ਪਾਣੀ ਦੇ ਵਿੱਚ ਜਿਹੜਾ ਉਹ ਆਪਣਾ ਆਕਸੀਜਨ ਸਿਲੰਡਰ ਲੈ ਕੇ ਡੁਬਕੀ ਲਾਣੀ ਹੁੰਦੀ ਹੈ, 15, 20, 25 ਮੀਟਰ ਤੱਕ ਥੱਲੇ ਜਾਂਦੇ ਆ। ਦੂਜੀ ਹੁੰਦੀ ਇੱਕ ਸਨੋਰਕਲਿੰਗ ਦੇ ਵਿੱਚ ਟਿਊਬ ਪਾ ਕੇ ਸਾਹ ਵਾਲੀ, ਤੇ ਤੈਰ ਸਕਦੇ ਹਾਂ ਉੱਪਰੋਂ, ਲੇਕਿਨ ਨੀਚੇ ਦਾ ਨਜ਼ਾਰਾ ਦੇਖ ਸਕਦੇ ਹਾਂ। ਮੁੱਕਦੀ ਗੱਲ ਇਹ ਕਿ ਜੇ ਵੈਸੇ ਹੀ ਤੈਰਦੇ ਹੈਗੇ ਆ, ਤੇ ਅੰਦਰ ਕੀ ਕੁਛ ਸਮੁੰਦਰ ਦਾ ਨਜ਼ਾਰਾ, ਵਧੀਆ ਵਧੀਆ ਚੀਜ਼ਾਂ ਹੈਗੀਆਂ, ਉਹ ਨਜ਼ਰ ਨਹੀਂ ਆਉਂਦੀਆਂ। ਜਦੋਂ ਆਪਾਂ ਸਕੂਬਾ ਡਾਈਵਿੰਗ ਕਰਦੇ ਹਾਂ, 15-20 ਮੀਟਰ ਥੱਲੇ ਜਾਂਦੇ ਹਾਂ, ਔਰ ਸਮੁੰਦਰ ਦੇ ਅਲੱਗ-ਅਲੱਗ ਨਜ਼ਾਰੇ, ਅਲੱਗ-ਅਲੱਗ ਮੱਛੀਆਂ, ਅਲੱਗ-ਅਲੱਗ ਜਿਹੜੇ ਜਾਨਵਰ, ਔਰ ਮਤਲਬ ਜਿਹੜੇ ਇਹ ਵਾਟਰ ਐਨੀਮਲਸ, ਔਰ ਜਾਂ ਇਹ ਜਿਹੜੀਆਂ ਫੀਸਿਸ ਵਗੈਰਾ ਹੈਗੀਆਂ ਨੇ, ਔਰ ਅੰਦਰ ਰੌਕਸ, ਔਰ ਇਹ ਬੜਾ ਕੁਝ ਦੇਖਣ ਨੂੰ ਮਿਲਦਾ ਹੈਗਾ। ਸੋ ਮੁੱਕਦੀ ਗੱਲ, ਮੈਨੂੰ 2006 ਤੋਂ ਮੈਂ ਕੈਨੇਡਾ ਸੈਟਲਡ ਹੈਗਾ, ਉੱਥੇ ਵੀ ਘਰ ਹੈਗਾ, ਇੱਥੇ ਵੀ ਹੈਗਾ, ਤੇ ਬੱਚੇ ਮੇਰੇ ਦੋਨੋਂ ਡਾਕਟਰੀ ਦੇ ਵਿੱਚ ਸਿਲੈਕਟ ਹੋ ਗਏ ਸੀ 2 ਸਾਲ ਪਹਿਲਾਂ, ਔਰ ਡਾਕਟਰੀ ਕਰਦੇ ਪਏ ਨੇ। ਜਿਹੜੀ ਤੁਸੀਂ ਗੱਲ ਕੀਤੀ ਨਾ, ਬੱਚਿਆਂ ਨੂੰ ਡਾਕਟਰ ਬਣਾਇਆ, ਸੌਰੀ, ਇਮੀਗ੍ਰੇਸ਼ਨ ਕੀ ਗੱਲ? ਇਮੀਗ੍ਰੇਸ਼ਨ 'ਚ ਨਹੀਂ ਪਾਉਣੇ ਬੱਚੇ? ਨਹੀਂ, ਇਮੀਗ੍ਰੇਸ਼ਨ ਵਿੱਚ ਨਹੀਂ, ਇਸ ਕਰਕੇ ਕਿਉਂਕਿ ਉਹੀ ਗੱਲ ਹੈ ਕਿ ਰੱਬ ਨੇ ਕਿਰਪਾ ਕੀਤੀ, ਅਸੀਂ ਤਾਂ ਬਚੇ ਹੋਏ ਹਾਂ। 2003 ਤੋਂ ਕੰਪਨੀ ਖੋਲ੍ਹੀ, ਲੇਕਿਨ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਏਜੰਟੀ ਨਾਂ, ਔਰ ਇਹ ਬੜਾ ਫੀਲਡ, ਬਦਨਾਮ ਫੀਲਡ ਹੈਗਾ, ਜਿਸ ਦੇ ਵਿੱਚ ਜਿੱਦਾਂ ਕਿੱਚੜ ਦੇ ਵਿੱਚ ਕਮਲ ਦੀ ਤਰ੍ਹਾਂ ਰਹਿ ਕੇ, ਵਾਹਿਗੁਰੂ ਦਾ ਨਾਂ ਲੈ ਕੇ ਟਾਈਮ ਪਾਸ ਕਰਕੇ ਵਧੀਆ ਟਾਈਮ ਪਾਸ ਕਰ ਲਿਆ ਅਸੀਂ, ਲੇਕਿਨ ਔਖਾ ਹੈਗਾ। ਜਿਹਨੂੰ ਕੀ ਕਹਿੰਦੇ ਆ ਕਿ ਗਧਾ ਘੋੜੇ ਵਾਲਾ ਕੰਮ ਹੈਗਾ, ਔਰ ਇੱਥੇ ਗਧਾ ਘੋੜਾ ਇੱਕ ਬਰਾਬਰ, ਔਰ ਸਾਰਾ ਕੁਝ ਇੱਕੋ ਜਿਹਾ ਸਮਝ ਕੇ, ਸਾਰਾ ਇਹ ਕੋਈ ਬਹੁਤਾ ਜ਼ਿਆਦਾ ਲੋਕਾਂ ਨੇ ਬੜਾ ਮਾਣ ਇੱਜ਼ਤ ਦਿੱਤਾ, ਔਰ ਬਹੁਤ ਵਧੀਆ ਸਾਡੀ ਲਾਈਫ ਵਧੀਆ ਨਿਕਲ ਗਈ। ਲੇਕਿਨ ਬੱਚੇ ਉੱਥੇ ਜਾ ਕੇ ਜਿਹੜਾ ਸੁਪਨਾ ਸੀਗਾ ਕਿ ਉੱਥੇ ਬੜੀ ਹਾਇਰ ਐਜੂਕੇਸ਼ਨ, ਜਿਹੜੀ ਆਪਾਂ ਗੱਲ ਕਰਦੇ ਪਏ ਸੀ, ਤੁਸੀਂ ਕਿਹਾ ਜੀ ਵਾਪਸ ਆਉਣਗੇ, ਅਤੇ ਮੈਂ ਕੈਨੇਡਾ ਹੁਣ ਰੀਸੈਂਟਲੀ ਕਈ ਮਹੀਨੇ ਕੈਨੇਡਾ ਰਹਿ ਕੇ ਆਇਆ ਹੈਗਾ, ਉਹੀ ਤਜਰਬਾ ਲੈਣਾ। ਉੱਥੇ ਕਾਲਜ, ਯੂਨੀਵਰਸਿਟੀ ਨਾਲ ਮੀਟਿੰਗ, ਐਮਬੈਸੀ ਨਾਲ ਮੀਟਿੰਗ, ਕਈ ਕੁਛ ਇਸ ਤਰ੍ਹਾਂ ਦੀ ਹੁੰਦੀਆਂ ਕਿ ਪਾਵਰ ਦਾ ਬੈਕਅਪ ਜਿਹੜਾ ਹੈ, ਪਾਵਰ ਲੈਣ ਵਾਸਤੇ, ਔਰ ਉਹ ਤਜਰਬੇ ਉੱਥੇ ਦੇ ਆਫਿਸਿਸ ਨੂੰ ਦੇਖਣ ਵਾਸਤੇ, ਉੱਥੇ ਜਿਹੜੇ ਬੱਚੇ ਭੇਜੀਦੇ ਨੇ ਉਹ ਮਿਲਦੇ ਨੇ, ਗੱਲਬਾਤ ਕਰਦੇ ਨੇ। ਉਹ ਜਿਹੜੇ ਉੱਥੇ ਕੈਨੇਡਾ ਵੀਜ਼ਾ ਲੱਗ ਕੇ ਬੱਚੇ ਗਏ ਹੁੰਦੇ ਨੇ, ਉਹਨਾਂ ਦੀ ਪ੍ਰੋਬਲਮਸ ਔਰ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ, ਦਿੱਕਤਾਂ, ਉਹਨਾਂ ਨਾਲ ਰੂਬਰੂ ਹੋਣਾ। ਔਰ ਇੱਕ ਪਹਿਲੂ ਹੈਗਾ ਜਿਹੜਾ ਤੁਸੀਂ ਦੱਸਿਆ ਕਿ ਬੱਚੇ ਅਗਰ ਸਹੀ ਤਰੀਕੇ ਨਾਲ ਨਹੀਂ ਪੜ੍ਹਨਗੇ, ਵਾਪਸ ਆਉਣਗੇ। ਦੂਜਾ ਪਹਿਲੂ ਹੈਗਾ ਕਿ ਜਿਸ ਤਰ੍ਹਾਂ ਰੱਬ ਨੇ ਕਿਰਪਾ ਕੀਤੀ, ਮੇਰੇ ਬੱਚਿਆਂ ਨੇ ਜਿੱਦਾਂ BSc ਮੈਡੀਕਲ, ਇੱਥੇ +2 ਤੋਂ ਬਾਅਦ ਡਾਕਟਰੀ ਦਾ ਟੈਸਟ ਹੁੰਦਾ, PMT ਵਗੈਰਾ ਟੈਸਟ ਹੁੰਦਾ, ਔਰ ਉਸ ਤੋਂ ਬਾਅਦ 4-5 ਸਾਲ ਦੀ ਡਾਕਟਰੀ। ਉੱਥੇ BSc ਮੈਡੀਕਲ ਕੰਪਲੀਟ ਹੋਣ ਤੋਂ ਬਾਅਦ MCAT ਐਗਜ਼ਾਮ, ਬੜੀ ਸਾਰੀ ਇੰਟਰਵਿਊਜ਼, ਔਰ ਡਿਗਰੀ ਦੇ ਵਿੱਚ ਜਿਹੜੀ BSc ਮੈਡੀਕਲ ਦੀ ਡਿਗਰੀ ਦੇ ਵਿੱਚ ਅਬਾਊਟ 85-90% ਤੋਂ ਉੱਪਰ ਦੇ ਮਾਰਕਸ ਕੰਸਿਸਟੈਂਟਲੀ। ਸੋ ਉਹ ਬੱਚਿਆਂ ਨੇ ਉਹ ਮਿਹਨਤ ਕੀਤੀ, ਟੈਸਟ ਪਾਸ ਕੀਤੇ, ਚਲੋ ਰੱਬ ਦੀ ਕਿਰਪਾ ਹੋਈ। ਲੇਕਿਨ ਬੜੀਆਂ ਸਾਰੀਆਂ ਸਕਸੈਸ ਸਟੋਰੀਜ਼ ਨੇ ਕਿ ਇੰਡੀਅਨ ਬੱਚੇ ਇੱਥੋਂ ਵੀ 90, 92, 95% ਨੰਬਰ, 97% ਤੱਕ ਦੇ ਨੰਬਰ, 7, 8, 8 ਬੈਂਡ। ਔਰ ਮੈਂ ਹੈਰਾਨ ਹੈਗਾ ਕਿ ਅੱਗੇ ਨਹੀਂ ਹੁੰਦਾ ਸੀ, ਅੱਗੇ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀਗਾ,
ਔਰ ਖਾਸ ਤੌਰ 'ਤੇ ਪਿੰਡਾਂ ਦੇ ਵਿੱਚ ਐਜੂਕੇਸ਼ਨ ਦੀ ਬੜੀ ਘਾਟ ਸੀ। ਅੱਜ ਬੜੇ ਇੰਟੀਰੀਅਰ ਦੇ ਵਿੱਚ ਜਾ ਕੇ ਨਿੱਕੇ ਨਿੱਕੇ ਪਿੰਡਾਂ ਵਿੱਚੋਂ ਬੱਚੇ ਕੁੜੀਆਂ ਮਤਲਬ 90% ਮਾਰਕਸ 8 ਬੈਂਡ, ਔਰ ਇਹ ਬੱਚੇ ਇੰਨੀ ਕਰੀਮ ਬ੍ਰੇਨ, ਔਰ ਉੱਥੇ ਜਾ ਕੇ ਵੀ ਇੰਨੀ ਕਾਮਯਾਬ ਕਿ ਸਾਰੇ ਰਿਕਾਰਡ ਭੰਨਣ ਵਾਲਾ ਕੰਮ। ਇੱਕ ਸਕਸੈਸ ਸਟੋਰੀ ਮੈਂ ਸ਼ੇਅਰ ਕਰਨਾ ਚਾਹੁੰਦਾ ਹੈਗਾ। ਬੱਚਾ ਇੱਥੋਂ BCom ਕਰਕੇ ਗਿਆ ਔਰ ਉੱਥੇ ਜਾ ਕੇ ਕਿਸੇ ਕਾਲਜ ਦੇ ਵਿੱਚ 1 ਸਾਲ ਦਾ ਕੋਰਸ ਕੀਤਾ। ਉਦੋਂ 2010 ਦੀ ਗੱਲ ਸੀਗੀ। ਸਸਕੈਚੁਅਨ ਵਿੱਚ ਤਾਂ ਹੀ ਮੈਂ ਆਪਾਂ ਆਫਿਸ ਖੋਲ੍ਹਿਆ ਸੀ। PR ਸੌਖੀ ਹੈਗੀ ਹੈ, ਪਹਿਲਾਂ ਵੀ ਸੀ ਹੁਣ ਵੀ ਹੈ। ਉਸਨੇ 1 ਸਾਲ ਦਾ ਵਰਕ ਪਰਮਿਟ ਸਸਕੈਚੁਅਨ ਚਲਾ ਗਿਆ। ਉੱਥੇ ਜਾ ਕੇ ਸੌਖੀ, ਉਦੋਂ ਜ਼ਿਆਦਾ ਸੀ ਸੌਖੀ, PR ਲੈ ਲਈ ਔਰ ਉਸ ਤੋਂ ਬਾਅਦ 2-3 ਸਾਲ ਅੱਛੀ ਕੰਪਨੀਆਂ ਦੇ ਵਿੱਚ ਟੌਪ ਲੈਵਲ ਦੀ ਜੌਬਸ ਕੀਤੀ, 70-80-90 ਹਜ਼ਾਰ ਡਾਲਰ ਸਾਲ ਦੇ। ਅਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਮੇਰੀ ਤਸੱਲੀ ਨਹੀਂ ਹੈ ਕਿ ਵਾਟ ਇਜ਼ ਦ ਬੈਸਟ ਇਨ ਕੈਨੇਡਾ ਕਰਕੇ। ਕਿਸੇ ਨੇ ਦੱਸਿਆ ਕਿ ਜੀ ਡਾਕਟਰੀ ਮੈਡੀਸਨ ਇਜ਼ ਦ ਬੈਸਟ। ਕਹਿੰਦੇ ਜੀ ਉਹਨੇ ਫਿਰ ਐਕਸਪਲੋਰੇਸ਼ਨ ਸ਼ੁਰੂ ਕੀਤੀ, ਕਿਵੇਂ ਹੋਏਗੀ? ਕਹਿੰਦੇ ਜੀ BSc ਕਰਨੀ ਪੈਣੀ ਤੁਹਾਨੂੰ, ਗ੍ਰੈਜੂਏਸ਼ਨ ਇੱਥੇ ਦੁਬਾਰਾ BSc ਮੈਡੀਕਲ। ਵੈਸੇ ਤਾਂ ਕੋਈ ਵੀ ਡਿਗਰੀ ਤੋਂ ਬਾਅਦ ਕਰ ਸਕਦੇ ਹਾਂ ਟੈਸਟ, ਲੇਕਿਨ ਜ਼ਿਆਦਾ ਬੈਟਰ ਚਾਂਸਿਸ ਵਾਸਤੇ BSc, ਔਰ BSc ਵਾਸਤੇ +2 ਨਾਨ ਮੈਡੀਕਲ। ਅਗਰ ਮੈਨੂੰ +2 ਮੈਡੀਕਲ ਸੌਰੀ, ਅਤੇ ਮੈਨੂੰ ਕੋਈ ਪੁੱਛੇ ਵੀ ਇਹ ਚੀਜ਼ ਹੋ ਸਕਦੀ ਹੈ, ਮੈਂ ਤਾਂ ਇਹੀ ਕਹੂੰਗਾ ਵੀ ਨੈਕਸਟ ਟੂ ਇੰਪੋਸੀਬਲ। ਲੇਕਿਨ ਉਸ ਬੱਚੇ ਨੇ ਡੀਨ ਨੂੰ ਮਿਲ ਕੇ +2 ਕਾਮਰਸ ਕੀਤੀ ਸੀ, ਲੇਕਿਨ ਉਹ +2 ਦੇ ਜਿਹੜੇ ਇਕੁਇਲੈਂਟ ਮੈਡੀਕਲ ਵਾਲੇ ਕੋਰਸਿਸ, ਐਗਜ਼ੈਂਪਸ਼ਨਸ ਬੜੀਆਂ ਸਾਰੀਆਂ ਕਰਾਈਆਂ। BSc 4 ਸਾਲ ਵਾਲੀ ਡਿਗਰੀ 2.5 ਸਾਲ 'ਚ ਮੁਕਾਈ। ਫਿਰ MCAT ਟੈਸਟ ਪਾਸ ਕੀਤਾ ਕਰਕੇ ਮੁੱਕਦੀ ਗੱਲ। ਮੇਰੀ ਬੇਟੀ ਦੇ ਨਾਲ 2nd ਈਅਰ ਜਿਹੜਾ ਉਹ ਕਰਦਾ ਪਿਆ ਹੈਗਾ, ਕੰਪਲੀਟ ਹੋਣ ਵਾਲਾ ਹੈਗਾ ਡਾਕਟਰੀ ਦੇ ਵਿੱਚ, ਔਰ ਕਮਾਲ ਦੀ ਉਹਨੇ ਅਚੀਵਮੈਂਟ। ਸੋ ਇੱਕ ਸਕਸੈਸ ਸਟੋਰੀ ਦੱਸਣਾ। ਇਹ ਆਪਣੇ ਬੱਚੇ ਇੰਡੀਆ ਦੇ ਜਿਹੜੇ ਬਹੁਤ ਬ੍ਰੇਨ ਹਾਈ ਲੈਵਲ ਦਾ ਹੈਗਾ, USA ਕੈਨੇਡਾ ਬੜੇ ਸਾਰੇ ਕੰਟਰੀ ਦੇ ਬਹੁਤ ਟੌਪ ਲੈਵਲ ਦੇ ਮੈਨੇਜਰਸ ਹੈਗੇ ਨੇ। ਸੋ ਆਈ ਰੀਅਲੀ ਐਪਰੀਸ਼ੀਏਟ, ਔਰ ਬੱਚਿਆਂ ਨੂੰ ਮੇਰੇ ਵੱਲੋਂ ਵਧਾਈਆਂ, ਉਹ ਜਿਹੜੇ ਕਿ ਤਰੱਕੀਆਂ ਕਰਦੇ ਨੇ, ਬੜਾ ਅੱਛਾ ਕੰਮ ਕਰਦੇ ਨੇ। ਔਰ ਨਾਲ ਇਹ ਜਿਹੜੀ ਐਡਵਾਈਸ ਕਿ ਗਲਤ ਰਸਤੇ 'ਤੇ ਨਹੀਂ ਜਾਣਾ ਔਰ ਪੜ੍ਹਾਈਆਂ ਕਰਨੀਆਂ ਨੇ। ਗਲਤ ਰਸਤੇ 'ਤੇ ਜੇ ਜਾਵਾਂਗੇ, ਨਸ਼ੇ ਕਰਾਂਗੇ, ਪੜ੍ਹਾਈ ਨਹੀਂ ਕਰਨੀ, ਭੇਜ ਦਿਓ ਚੱਲ ਜੂਗਾ, ਜਿਵੇਂ ਮਰਜ਼ੀ ਕਰ ਲਾਂਗੇ, ਇਹ ਸਾਰੇ ਜਿੱਦਾਂ ਚੰਦੂ ਸਾਹਿਬ ਤੁਸੀਂ ਦੱਸਿਆ, ਅਗਰ ਗਲਤ ਸੋਚ ਹੋਏਗੀ ਤਾਂ ਫਿਰ ਤਾਂ ਡਿੱਗਾਂਗੇ, ਫਿਰ ਪਰੇਸ਼ਾਨੀ ਆਉਣਗੀਆਂ ਜੀ। ਡਾਕਟਰ ਸਾਹਿਬ ਮੈਨੂੰ ਥੋੜ੍ਹਾ ਜਿਹਾ ਦੱਸਿਓ, ਉਸ ਤੋਂ ਬਾਅਦ ਆਪਾਂ ਕੁਝ ਸਵਾਲ ਨੇ ਅਹਿਮ। ਤੁਸੀਂ ਸਸਕੈਚੁਅਨ ਰਹੇ, ਹੁਣ ਵੀ ਰਹਿੰਦੇ ਹੋ, ਪੱਕੇ ਉੱਤੇ ਹੋਏ, ਬੜਾ ਦੇਖਿਆ, ਐਕਸਪਲੋਰ ਕੀਤਾ। ਪਰਵਿੰਸ ਦਾ ਕਿੰਨਾ ਰੋਲ ਹੈ ਕਿਸੇ ਬੱਚੇ ਨੂੰ ਕਾਮਯਾਬ ਕਰਨ ਦੇ ਵਿੱਚ? ਚਲੋ ਕਾਮਯਾਬ ਤਾਂ ਵਰਡ ਮੈਂ ਨਾ ਯੂਜ਼ ਕਰਾਂ ਕਿ ਚਲੋ ਤਾਂ ਬੱਚੇ ਨੇ ਪੜ੍ਹਨਾ ਹੈ, ਆਪਣੀ ਮਿਹਨਤ ਕਰਨੀ ਹੈ, ਪਰ ਫਿਰ ਵੀ ਕੁਝ ਖਾਸ ਜਿਹੜੀਆਂ ਪ੍ਰੋਵਿੰਸਸ ਦੇਖੋ ਜਦੋਂ ਕੋਈ ਪ੍ਰੋਵਿੰਸਿਸ ਦੀ ਇਹ ਹੈਗੀ ਹੈ ਕਿ ਅਲੱਗ-ਅਲੱਗ ਪ੍ਰੋਵਿੰਸਿਸ ਦੇ ਅਲੱਗ-ਅਲੱਗ ਪ੍ਰੋਗਰਾਮਸ ਨੇ। ਆਪਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਜਾਂ ਸਸਕੈਚੁਅਨ ਅਲੱਗ-ਅਲੱਗ ਪ੍ਰੋਵਿੰਸਿਸ ਦੇ ਵੈਬਸਾਈਟਸ 'ਤੇ ਜਾ ਕੇ ਦੇਖ ਸਕਦੇ ਹੈਗੇ ਆ। ਸਸਕੈਚੁਅਨ ਜਿਹੜਾ SINP ਸਸਕੈਚੁਅਨ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ ਹੈਗਾ, ਔਰ ਐਟਲਾਂਟਿਕ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ ਹੈਗਾ, ਅਲਬਰਟਾ ਇਮੀਗ੍ਰੇਸ਼ਨ ਨੋਮਨੀ MPNP ਜਿਹੜਾ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਹੈਗਾ। ਇਹ ਅਲੱਗ-ਅਲੱਗ ਜਿਹੜੇ ਪ੍ਰੋਵਿੰਸਿਸ ਦੇ ਅਲੱਗ-ਅਲੱਗ ਪ੍ਰੋਗਰਾਮਸ ਲਾਂਚ ਕਰਦੀ ਨੇ ਪ੍ਰੋਵਿੰਸਿਸ। ਉਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਖਾਸ ਤੌਰ 'ਤੇ ਇਹਨਾਂ ਨੇ ਬੜੀ ਅੱਛੇ ਪ੍ਰੋਗਰਾਮਸ ਲਾਂਚ ਕਰਦੇ ਨੇ ਕਿ ਅਗਰ ਕੋਈ ਸਟੂਡੈਂਟਸ ਇੰਟਰਨੈਸ਼ਨਲੀ ਬਾਹਰੋਂ ਆ ਕੇ ਸਾਡੇ ਪ੍ਰੋਵਿੰਸ 'ਚ ਪੜ੍ਹੂਗਾ ਤਾਂ ਉਸ ਨੂੰ ਹੋਰ ਵੀ ਖਾਸ ਤੌਰ 'ਤੇ ਬੈਨੀਫਿਟ ਦਿੱਤਾ ਜਾਏਗਾ, ਜਾਂ ਚਲੋ ਕਿਤੇ ਵੀ ਪੜ੍ਹ ਕੇ ਸਾਡੇ ਕੋਲ ਆ ਕੇ ਕੰਮ ਕਰੇਗਾ, ਐਕਸਪੀਰੀਅੰਸ ਕਰੇਗਾ, ਉਸ ਨੂੰ ਵੀ ਕੁਛ ਨਾ ਕੁਛ ਬੈਨੀਫਿਟ ਦਿੱਤਾ ਜਾਏਗਾ। ਔਰ PR ਸੌਖੀ, ਜਿਸ ਤਰ੍ਹਾਂ ਸਸਕੈਚੁਅਨ ਦੀ ਗੱਲ ਕਰੀਏ, ਸਸਕੈਚੁਅਨ ਦੇ 3 ਖਾਸ ਫਾਇਦੇ। ਨੰਬਰ 1, ਉੱਥੇ ਪੜ੍ਹਨ ਵਾਲੇ ਬੱਚਿਆਂ ਵਾਸਤੇ PR ਈਜ਼ੀ, ਸੀਟਾਂ ਰਿਜ਼ਰਵ। ਦੂਸਰਾ, ਸਸਕੈਚੁਅਨ ਦੇ ਵਿੱਚ ਕੰਮ ਕੀਤਾ ਹੋਇਆ ਡਿਊਰਿੰਗ ਸਟੱਡੀਜ਼, ਉਹ ਵੀ PR ਦੇ ਐਕਸਪੀਰੀਅੰਸ ਵਿੱਚ ਕਾਊਂਟ ਹੁੰਦਾ ਹੈਗਾ। ਤੀਸਰਾ, ਫੀਸ ਦਾ ਜਿਹੜਾ ਕੁਛ ਹਿੱਸਾ ਸਸਕੈਚੁਅਨ ਗੌਰਮੈਂਟ ਵਾਪਿਸ ਕਰਦੀ ਹੈਗੀ ਹੈ ਅੰਡਰ ਗ੍ਰੈਜੂਏਟ ਰਿਟੈਂਸ਼ਨ ਪ੍ਰੋਗਰਾਮ, ਪੜ੍ਹਾਈ ਖਤਮ ਹੋਣ ਤੋਂ ਬਾਅਦ। ਸੋ ਇਹ ਗ੍ਰੈਜੂਏਸ਼ਨ ਜਿਹੜੀ ਹੈ 4 ਸਾਲ ਦੀ ਗ੍ਰੈਜੂਏਸ਼ਨ ਤੋਂ ਬਾਅਦ $15,000 ਵਾਪਸ ਕੀਤੇ ਜਾਂਦੇ ਨੇ। ਸੋ ਇਸ ਤਰੀਕੇ ਨਾਲ ਅਲੱਗ-ਅਲੱਗ ਪ੍ਰੋਵਿੰਸਿਸ ਦੇ ਅਲੱਗ-ਅਲੱਗ ਰੂਲਸ, ਲੇਕਿਨ ਜ਼ਿਆਦਾਤਰ ਬੈਨੀਫਿਟਸ, ਔਰ ਧਿਆਨ ਦੇਣਾ ਚਾਹੀਦਾ। ਬਹੁਤ ਸਾਰੇ ਬੱਚੇ ਜ਼ਰੂਰ ਹੁੰਦਾ ਹੈ ਕਿ ਖਾਸ ਤੌਰ 'ਤੇ ਕੁੜੀਆਂ ਨੂੰ ਲੈ ਕੇ ਚਿੰਤਿਤ ਹੁੰਦੇ ਨੇ। +2 ਕੀਤਾ, 18 ਸਾਲ ਦੀ ਬੇਟੀ ਹੈਗੀ ਹੈ, ਅਤੇ ਸੇਫਟੀ ਨੂੰ ਲੈ ਕੇ। ਲੇਕਿਨ ਕੈਨੇਡਾ ਦੇ ਵਿੱਚ ਬਿਲਕੁਲ ਸੇਫ ਐਨਵਾਇਰਨਮੈਂਟ, ਨਾ ਪੈਸੇ ਚੱਲਣੇ, ਨਾ ਸਿਫਾਰਿਸ਼ ਚੱਲਣੀ। ਪੁਲਿਸ ਦਾ ਜਿਹੜਾ ਕੰਮ ਹੈਗਾ ਉਹ ਬਿਲਕੁਲ ਜੈਨੂਅਨ ਸੇਫਟੀ ਕੇਅਰ, ਔਰ ਸ਼ਿਫਟਾਂ ਕੰਮ ਦੀਆਂ ਚੱਲਦੀਆਂ। ਬੜੇ ਸਾਰੇ ਲੋਕ ਰਾਤ ਨੂੰ ਸਫ਼ਰ ਕਰਦੇ ਆਉਂਦੇ ਜਾਂਦੇ ਰਹਿੰਦੇ ਨੇ, ਸੜਕਾਂ 'ਤੇ ਆਉਣਾ ਜਾਣਾ ਚੱਲਦਾ ਹੈ, ਅਤੇ ਬੱਚੇ ਸੇਫ, ਕੋਈ ਪ੍ਰੋਬਲਮ ਨਹੀਂ। ਔਰ ਇਸ ਚੀਜ਼ ਦੇ ਕਰਕੇ ਇਹ ਸਫ਼ਰ ਕਰਨ ਦੀ ਲੋੜ ਨਹੀਂ ਕਿ ਜੀ ਬੱਚਿਆਂ ਨੂੰ ਇੱਕ ਥਾਂ 'ਤੇ ਭੇਜਣਾ, ਉੱਥੇ ਕੋਈ ਰਿਸ਼ਤੇਦਾਰ ਜਾਣ ਪਛਾਣ ਵਾਲੇ ਹੈਗੇ ਤਾਂ ਉੱਥੇ ਭੇਜੀਏ। ਜਿੱਥੇ ਬੈਨੀਫਿਟ ਹੁੰਦਾ, ਮੇਰੀ ਸਲਾਹ ਇਹ, ਜਿੱਥੇ ਬੈਨੀਫਿਟ ਹੁੰਦਾ ਉੱਥੇ ਭੇਜਣਾ ਚਾਹੀਦਾ। ਸਸਕੈਚੁਅਨ ਇਜ਼ ਵਨ ਪਲੇਸ। ਐਟਲਾਂਟਿਕ ਪ੍ਰੋਵਿੰਸਿਸ ਨੇ ਚਾਰ ਜਿਹੜੀਆਂ ਨੇ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ ਔਰ ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ। ਇਹ ਜਿਹੜੀ ਪ੍ਰੋਵਿੰਸਿਸ ਨੇ,
ਇੱਥੇ ਹੈਗਾ ਅਲਬਰਟਾ ਦੇ ਵਿੱਚ ਵੀ ਕੁਝ ਬੈਨੀਫਿਟ, ਮੈਨੀਟੋਬਾ ਪੜ੍ਹਨ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗੇ, PR ਸੌਖੀ ਹੈਗੀ ਹੈ। ਸੋ ਡਿਪੈਂਡ ਇਹ ਵੀ ਕਰਦਾ ਹੈ ਕਿ ਕਿਹੜੀ ਐਜੂਕੇਸ਼ਨ ਕੀਤੀ ਸੀ ਤੁਸੀਂ, ਰੈਲੇਵੈਂਟ ਪ੍ਰੋਗਰਾਮ ਅਵੇਲੇਬਲ ਹੈਗਾ ਕਿ ਨਹੀਂ ਹੈਗਾ, ਉਹਦੀ ਐਲੀਜੀਬਿਲਿਟੀ ਕੀ ਹੈਗੀ, ਤੁਹਾਡੇ ਬੈਂਡਸ ਕੀ ਹੈਗੇ। ਸੋ ਸਾਡੇ ਆਫਿਸਿਸ ਦੇ ਵਿੱਚ ਮਿਲ ਕੇ ਸਾਰੀਆਂ ਗੱਲਾਂ ਬਾਤਾਂ ਦਾ ਬੈਨੀਫਿਟ ਲੈ ਸਕਦੇ। ਡਾਕਟਰ ਸਾਹਿਬ ਦੱਸਿਓ, ਸੈਪਟੈਂਬਰ 22 ਦੀਆਂ ਬੜੀਆਂ ਗੱਲਾਂ ਹੁੰਦੀਆਂ ਪੰਜਾਬ ਦੇ ਵਿੱਚ, ਤੁਸੀਂ ਉੱਧਰੋਂ ਆਏ ਹੋ, ਕੀ ਸਕੋਪ ਹੈ ਕਿ ਐਡਮਿਸ਼ਨ ਦਾਖਲੇ ਹੋਣਗੇ, ਲਿਮਟਿਡ ਸੀਟਸ ਹੈਗੀਆਂ ਜਾਂ ਬਿਲਕੁਲ ਭੁੱਲ ਜੀ ਹੁਣ? ਦੇਖੋ ਸਤੰਬਰ ਦਾ ਸਿੱਧੀ ਜੀ ਗੱਲ ਹੈ, ਇਸ ਵਕਤ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ। ਐਮਬੈਸੀ ਜਿਨ੍ਹਾਂ ਨੇ 3 ਮਹੀਨੇ ਪਹਿਲਾਂ ਫਾਈਲ ਲਈ ਸੀ, ਅੱਜ ਉਹਨਾਂ ਦੇ ਰਿਜ਼ਲਟ ਆ ਰਹੇ ਨੇ, PPR ਪਾਸਪੋਰਟ ਰਿਕੁਐਸਟਾਂ ਅਪਰੂਵਲ ਆ ਰਹੀ ਹੈ ਔਨਲਾਈਨ, ਔਰ ਉਸ ਤੋਂ ਬਾਅਦ ਪਾਸਪੋਰਟ ਭੇਜਾਂਗੇ 10 15 20 ਦਿਨ ਉਹ ਵੀ ਲੱਗਣਗੇ। ਤਕਰੀਬਨ 4 ਮਹੀਨੇ ਦਾ ਟੋਟਲ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ, ਕਿਉਂਕਿ 5-4 ਦਿਨ ਤਿਆਰੀ ਸਾਰੀ ਨੂੰ ਵੀ ਸਟੂਡੈਂਟ ਨੂੰ ਚਾਹੀਦੇ ਨੇ। 4 ਮਹੀਨੇ ਦਾ ਅੱਜ ਸਤੰਬਰ ਦੀ ਗੱਲ ਕਰੀਏ ਤੇ 3 ਮਹੀਨੇ ਬਚਦੇ ਨੇ। ਸੋ ਉਹ ਉਸ ਕਰਕੇ ਸਫੀਸ਼ੀਐਂਟ ਟਾਈਮ ਨਹੀਂ ਹੈਗਾ। ਜੇ ਰਿਜ਼ਲਟ ਨਹੀਂ ਆਏਗਾ ਔਰ ਪ੍ਰੋਪਰ ਨਹੀਂ, ਔਰ ਔਨਲਾਈਨ ਕਲਾਸਿਸ ਜਿਹੜੀਆਂ ਪਹਿਲਾਂ ਸਟੂਡੈਂਟਸ ਨੂੰ ਅਲਾਊਡ ਸੀਗੀਆਂ ਉਹ ਐਮਬੈਸੀ ਨੇ 31 ਅਗਸਤ ਤੱਕ ਅਲਾਊਡ ਕੀਤੀਆਂ, ਉਸ ਤੋਂ ਬਾਅਦ ਸਤੰਬਰ ਦੇ ਵਿੱਚ ਅਲਾਊਡ ਨਹੀਂ ਹੈਗੀਆਂ। ਨਵਾਂ ਕੋਈ ਫੈਸਲਾ ਆ ਜਾਏਗਾ ਤਾਂ ਉਦੋਂ ਨਾਲ ਦੇਖਾਂਗੇ, ਅੱਜ ਦੇ ਦਿਨ ਅਲਾਊਡ ਨਹੀਂ ਹੈਗੀਆਂ। ਅਤੇ ਉਸ ਨੂੰ ਦੇਖਦੇ ਹੋਏ ਜੇ ਵੀਜ਼ਾ ਨਾ ਹੋਇਆ ਟਰੈਵਲ ਨਹੀਂ ਕਰ ਸਕਣਗੇ ਸਟੂਡੈਂਟ। ਜੇ ਸਾਨੂੰ ਡੈਫਰਮੈਂਟ ਲੈਣੀ ਪਈ ਤਾਂ ਬਹੁਤ ਸਾਰੇ ਕਾਲਜ ਦੇ ਪ੍ਰੋਗਰਾਮ ਆਲਰੇਡੀ ਜਨਵਰੀ ਦੀ ਡੈਫਰਮੈਂਟ ਰਿਕੁਐਸਟ ਕਰਾਂਗੇ, ਜਨਵਰੀ ਦੇ ਵਿੱਚ ਕਹਿ ਦੇਣਗੇ ਜੀ ਸਾਡੀਆਂ ਸੀਟਾਂ ਆਲਰੇਡੀ ਫੁੱਲ ਨੇ। ਇੱਦਾਂ ਬੜੀ ਸਾਰੀਆਂ ਪ੍ਰੋਬਲਮਸ ਆਲਰੇਡੀ ਆ ਚੁੱਕੀਆਂ ਨੇ, ਆਉਂਦੀਆਂ ਰਹਿੰਦੀਆਂ ਨੇ ਸਾਨੂੰ। ਜਨਵਰੀ ਦਾ ਕਾਲਜ ਕਹੇਗਾ ਸਾਡੀ ਸੀਟ ਹੈ ਨਹੀਂ, ਮਈ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਨਹੀਂ, ਕਿਉਂਕਿ ਛੋਟਾ ਇਨਟੇਕ ਹੈ ਕੰਪੈਰੇਟਿਵਲੀ, ਔਰ ਹੋ ਸਕਦਾ ਤੁਹਾਡਾ ਪ੍ਰੋਗਰਾਮ ਉੱਥੇ ਉਸ ਮਈ ਦੇ ਵਿੱਚ ਨਾ ਹੋਵੇ, ਔਰ ਮਈ ਵਿੱਚ ਨਾ ਪ੍ਰੋਗਰਾਮ ਹੋਇਆ ਸਤੰਬਰ 23 ਦੇ ਵਿੱਚ ਉਹਨਾਂ ਨੇ ਕਹਿਣਾ ਸਤੰਬਰ 23 ਦੇ ਵਿੱਚ ਤੁਹਾਨੂੰ ਦੇ ਦਿੰਦੇ ਐਡਮਿਸ਼ਨ। ਫੋਰ ਐਗਜ਼ਾਮਪਲ ਇੱਕ ਮੇਰੇ ਬੱਚੇ ਦਾ ਵੀਜ਼ਾ ਜਿਹੜਾ ਹੈ ਸਤੰਬਰ 21 ਦੇ ਵਿੱਚ ਲੱਗਿਆ ਸੀ, 1 ਹਫ਼ਤਾ ਲੇਟ ਆਇਆ ਸੀਗਾ, ਜਿਸ ਦੇ ਕਰਕੇ ਅਸੀਂ ਡੈਫਰਮੈਂਟ ਕਹੀ ਅਤੇ ਉਹਨਾਂ ਨੇ ਸਤੰਬਰ 22 ਦੀ 1 ਸਾਲ ਬਾਅਦ ਦੀ ਡੈਫਰਮੈਂਟ ਦਿੱਤੀ, ਔਰ ਸਾਡੇ ਕੋਲ ਹੱਲ ਨਹੀਂ ਸੀਗਾ। ਔਰ ਐਮਬੈਸੀ ਦੇ ਰੂਲਸ ਨੂੰ ਵੀ ਮੰਨ ਕੇ ਚੱਲਣਾ ਪੈਂਦਾ, ਬੜੇ ਕੁਛ ਸਾਰੀਆਂ ਰੂਲ ਰੈਗੂਲੇਸ਼ਨ ਕੰਪਲੀਕੇਸ਼ਨਸ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੁੰਦਾ। 1 ਸਾਲ ਬਾਅਦ ਹੁਣ ਬੱਚਾ ਜਾਏਗਾ। ਸੋ ਇਸ ਕਰਕੇ ਬਜਾਏ ਇਸ ਦੇ ਕਿ ਕੰਪਲੀਕੇਸ਼ਨਸ ਅਰਾਈਜ਼ ਕਰ ਲਈਏ, ਪ੍ਰੋਬਲਮਸ ਦੇ ਵਿੱਚ ਫਸ ਜਾਈਏ, ਦਿੱਕਤਾਂ ਆਉਣ, ਬੈਟਰ ਆ ਹੁਣ ਸਤੰਬਰ ਨਹੀਂ ਅਪਲਾਈ ਕਰਨਾ ਚਾਹੀਦਾ, ਜਨਵਰੀ 'ਚ ਅਪਲਾਈ ਕਰਨਾ ਚਾਹੀਦਾ। ਬੜੇ ਸਾਰੇ ਦੇਖੋ ਕੰਸਲਟੈਂਟ ਜਿਹੜੇ ਨੇ, ਕਈ ਵਾਰੀ ਪਤਾ ਨਹੀਂ ਹੁੰਦਾ ਇਹਨਾਂ ਕੰਪਲੀਕੇਸ਼ਨਸ ਦਾ, ਕਈ ਵਾਰੀ ਸੋਚਦੇ ਨੇ ਆਉਣ ਦਿਓ ਦੇਖਾਂਗੇ ਬਾਅਦ ਦੇ ਵਿੱਚ। ਜੇ ਅਸੀਂ ਕਹਿੰਦੇ ਹਾਂ ਕਿ ਨਹੀਂ ਕਰਨਾ ਚਾਹੀਦਾ, ਦੂਜਾ ਕਹਿੰਦਾ ਕਿ ਲਿਆਓ ਜੀ ਮੈਂ ਕਰਾ ਦਿੰਦਾ, ਅਤੇ ਨੈਚੁਰਲੀ ਸਟੂਡੈਂਟਸ ਪੇਰੈਂਟਸ ਕਈ ਵਾਰੀ ਦੇ ਫੀਲ ਅਟਰੈਕਟਡ ਕਿ ਵੀ ਠੀਕ ਹੈ ਇਹ ਕਹਿ ਰਹੇ ਨੇ ਕਰਵਾ ਦਿੰਦੇ, ਅਤੇ ਆਫਟਰ ਆਲ ਸਿਆਣੇ ਹੋਣੇ ਆ ਅਤੇ ਕਰਵਾ ਦੇਣਗੇ। ਲੇਕਿਨ ਜਦੋਂ ਫਸ ਗਏ ਬਾਅਦ ਦੇ ਵਿੱਚ ਤਾਂ ਫਿਰ ਦਿੱਕਤ ਆਏਗੀ। ਅੱਛਾ, ਇੱਕ ਦੱਸਿਓ ਮਾੜਾ ਜਿਹਾ, ਕਰੋਨਾ ਤੋਂ ਬਾਅਦ ਓਪਨ ਹੋ ਗਿਆ ਸਿਸਟਮ ਟੂਰਿਜ਼ਮ ਨੂੰ ਲੈ ਕੇ, ਜਾਂ ਜਿਹੜਾ ਥੋੜ੍ਹਾ ਜਿਹਾ ਰੋਕ ਲੱਗੀ ਸੀ ਵੀਜ਼ਿਆਂ ਦੇ ਉੱਪਰ, ਸਖਤੀ ਸੀਗੀ? ਬਿਲਕੁਲ। ਸਕਸੈਸ ਰੇਟ ਔਰ ਟੂਰਿਜ਼ਮ ਖਾਸ ਤੌਰ 'ਤੇ ਸਪਾਊਸ ਜਿਹਦੇ ਵਿੱਚ ਸਟੱਡੀ ਵੀਜ਼ਾ ਆ ਜਾਂਦਾ, ਹਰ ਪ੍ਰਕਾਰ ਦੇ ਲੋਕ, ਬਿਲਕੁਲ ਕਿੰਨਾ ਕੁ ਰਿਸਪੌਂਸ ਐਮਬੈਸੀ ਵੱਲੋਂ ਆ ਰਿਹਾ ਇਸ ਵਕਤ? ਬਿਲਕੁਲ ਦੇਖੋ ਐਮਬੈਸੀ ਇਸ ਵਕਤ ਪੂਰੀ ਤਰ੍ਹਾਂ ਹੁਣ ਕਾਰਗਰ ਹੈਗੀ ਹੈ, ਬਿਲਕੁਲ ਕੋਈ ਪ੍ਰੋਬਲਮ ਨਹੀਂ। ਸਪਾਊਸ ਓਪਨ ਵਰਕ ਪਰਮਿਟ ਦੇ ਜਿਹੜੇ ਸਪਾਊਸ ਕੇਸਿਸ ਸੀਗੇ ਉਹ ਵੀ ਬੜੇ ਹਾਈ ਸਕਸੈਸ ਰੇਟ, ਪਹਿਲਾਂ 2-2 ਸਾਲ 1.5 ਸਾਲ ਵੀ ਲੱਗਿਆ, ਇਸ ਵਕਤ 4-5 ਮਹੀਨੇ ਦਾ ਪ੍ਰੋਸੈਸਿੰਗ ਟਾਈਮ। ਵਿਜ਼ਟਰ ਵੀਜ਼ਾ ਬਹੁਤ ਵਧੀਆ ਔਰ ਸੁਪਰ ਵੀਜ਼ਾ ਬਹੁਤ ਵਧੀਆ, ਹਾਈ ਸਕਸੈਸ ਰੇਟ। ਸਟੱਡੀ ਵੀਜ਼ਾ ਦਾ ਮੈਂ ਪਹਿਲਾਂ ਦੱਸਿਆ ਸਕਸੈਸ ਰੇਟ ਬਹੁਤ ਹਾਈ, ਔਰ ਕੋਈ ਪ੍ਰੋਬਲਮ ਨਹੀਂ। ਔਰ ਈਵਨ ਵਿਜ਼ਟਰ ਵੀਜ਼ਾ ਨੂੰ ਕੋਈ ਪ੍ਰੋਬਲਮ ਨਹੀਂ, ਵਿਜ਼ਟਰ ਵੀਜ਼ਾ ਲੱਗ ਰਹੇ ਨੇ। ਜਿਹੜੀ ਕੈਨੇਡਾ ਐਮਬੈਸੀ ਨੇ ਨਵਾਂ ਪੋਰਟਲ ਵੀ ਲਾਂਚ ਕੀਤਾ ਹੈਗਾ, ਔਰ ਟੂਰਿਜ਼ਮ ਨੂੰ ਲੈ ਕੇ ਵੀ ਸਰਕਾਰ ਪੋਜ਼ੀਟਿਵ ਹੈਗੀ ਹੈ, ਕੋਈ ਪ੍ਰੋਬਲਮ ਨਹੀਂ। ਜਿਹੜੇ ਪਿਛਲੇ ਰੁਕਾਵਟਾਂ ਸੀ ਸਾਰੀਆਂ ਉਹ ਇਸ ਵਕਤ ਸਾਰੀਆਂ ਦੂਰ ਹੋ ਚੁੱਕੀਆਂ ਨੇ, ਔਰ ਅਪਲਾਈ ਕਰ ਸਕਦੇ ਹਾਂ। ਸਰ, ਜਿਹੜੀਆਂ ਰਿਫਿਊਜ਼ਲ ਆਈਆਂ ਕਿਸੇ ਕਾਰਨ, ਕਿਸੇ ਦਾ ਕੇਸ ਗਲਤ ਅਪਲਾਈ ਹੋ ਗਿਆ, SOP ਠੀਕ ਨਹੀਂ ਲਿਖੀ, ਕਾਲਜ ਕੋਰਸ ਹੈ ਜਾਂ ਇੱਕ ਮੋਡਿਊਲ 'ਚ 5.5 ਵਾਲੇ ਨੇ, ਸੋ ਅੱਗੇ ਰਿਫਿਊਜ਼ਲ ਦੇ ਕੁਝ ਸੋਲੂਸ਼ਨਸ ਦੇਖ ਰਹੇ ਹੋ ਤੁਸੀਂ, ਜਾਂ ਕਿਹਨਾਂ ਨੂੰ ਟਿੱਕੇ ਘਰੇ ਬਹਿ ਜਾਣਾ ਚਾਹੀਦਾ, ਕਿਹਨਾਂ ਨੂੰ ਟਰਾਈ ਕਰ ਲੈਣੀ ਚਾਹੀਦੀ? ਦੇਖੋ ਡੈਫੀਨੇਟਲੀ ਜਿੱਦਾਂ 5.5 ਵਾਲਿਆਂ ਦੀ ਸੀਗੀਆਂ, ਇਹ ਮੈਂ ਖਾਸ ਤੌਰ 'ਤੇ ਲਾਈਵ ਸੈਸ਼ਨ ਕਰਦਾ ਹੁੰਦਾ, ਔਰ ਆਪਣੀ TV ਇੰਟਰਵਿਊ 'ਤੇ ਗੱਲਬਾਤ ਬਹੁਤ ਟਾਈਮ ਤੋਂ ਚੱਲਦੀ ਰਹੀ। ਜੁਲਾਈ 21 ਦੇ ਵਿੱਚ ਸੀਗਾ ਲਾਸਟ ਵੀਜ਼ਾ 5.5 ਦੇ ਨਾਲ, ਉਸ ਤੋਂ ਬਾਅਦ ਮੈਂ ਦੇਖਿਆ ਨਹੀਂ, ਔਰ 5.5 ਦੇ ਨਾਲ ਵੀਜ਼ਾ ਨਹੀਂ ਲਗਾਉਣਾ ਚਾਹੀਦਾ। ਅਗਰ 5.5 ਦੇ ਨਾਲ ਕਿਸੇ ਦੀ ਰਿਫਿਊਜ਼ਲ ਹੈ, ਉਸ ਨੂੰ ਪਹਿਲਾਂ ਆਈਲੈਟਸ ਇੰਪਰੂਵ ਕਰਨਗੇ, ਫਿਰ ਆਪਾਂ ਲਾਵਾਂਗੇ। ਇਸੇ ਤਰੀਕੇ ਨਾਲ ਅਗਰ ਕੋਈ ਗਲਤੀ ਕੀਤੀ ਹੋਈ ਹੈ, ਗ੍ਰੈਜੂਏਟ ਜਿਹੜੇ ਪਰਸਨ ਨੇ ਉਹ ਪੋਸਟ ਸੈਕੰਡਰੀ ਪ੍ਰੋਗਰਾਮ ਵਿੱਚ ਗਏ ਨੇ, ਉਹ ਲੈਵਲ ਠੀਕ ਨਹੀਂ, ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਦੇਵਾਂਗੇ। ਅਤੇ ਦੁਬਾਰਾ ਜੇ ਵੀਜ਼ਾ ਰਿਫਿਊਜ਼ ਹੋਇਆ ਉਸ ਤੋਂ ਡਰਨ ਦੀ ਜ਼ਰੂਰਤ ਨਹੀਂ, ਲੇਕਿਨ ਕੰਡੀਸ਼ਨਸ ਪੂਰੀਆਂ ਕਰਨੀਆਂ। ਕੋਈ ਗਲਤੀ ਹੋਈ ਸੀ ਉਸ ਨੂੰ ਸੁਧਾਰ ਕਰਨਾ ਹੈ, ਦੁਬਾਰਾ ਅਪਲਾਈ ਕਰਾਂਗੇ, ਅਤੇ ਦੁਬਾਰਾ ਅਪਲਾਈ ਕਰਨ ਦੇ ਨਾਲ ਬਹੁਤ ਸਾਰੇ ਵੀਜ਼ੇ ਆਉਂਦੇ, ਕੋਈ ਡਰਨ ਦੀ ਜ਼ਰੂਰਤ ਨਹੀਂ। ਲੇਕਿਨ ਇਹ ਜ਼ਰੂਰ ਦੇਖਣਾ ਪੈਣਾ ਆਪਣਾ ਪ੍ਰੋਫਾਈਲ ਕੀ ਹੈ, ਕਿੰਨਾ ਗੈਪ ਹੈ, ਕਿੰਨੇ ਤੁਹਾਡੇ ਮਾਰਕਸ ਨੇ। ਹੁਣ 51-52% ਵਾਲੇ ਜਿਹੜੇ ਸਟੂਡੈਂਟਸ ਨੇ ਡੈਫੀਨੇਟਲੀ ਹਾਈ ਰਿਸਕ ਦੇ ਵਿੱਚ ਆਉਣਗੇ। ਕੋਈ ਚੰਗਾ ਲੀਨੀਅੰਟ ਵੀਜ਼ਾ ਅਫੀਸਰ ਦੇ ਦੇਗਾ, ਸਟ੍ਰਿਕਟ ਵੀਜ਼ਾ ਅਫੀਸਰ ਰਿਫਿਊਜ਼ ਹੋਏਗਾ। ਤੁਸੀਂ ਆਪਣੇ ਮਾਰਕਸ DMC ਖਾਸ ਤੌਰ 'ਤੇ +2 ਵਾਲੇ ਨੂੰ ਬੜਾ
ਮੇਰਾ ਸਮਝਾਉਣਾ ਸੌਖਾ ਰਹੇਗਾ। +2 ਵਾਲੇ ਜਿਹੜੇ ਆਪਣੇ DMC ਸਾਹਮਣੇ ਰੱਖਣ, ਉਸ ਦੇ ਵਿੱਚ ਥਿਊਰੀ ਦੇ ਵਿੱਚ ਮੰਨ ਲਓ ਕਿ ਨੋਨ ਮੈਡੀਕਲ ਕੀਤਾ ਹੈ, ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਕੀਤਾ ਹੈ, 70 ਦੇ ਵਿੱਚੋਂ ਕਿੰਨੇ ਮਾਰਕਸ ਨੇ? 70 ਵਿੱਚੋਂ 35 ਅਗਰ ਥਿਊਰੀ ਵਿੱਚ ਹੈਗੇ ਨੇ ਤੇ ਉਹ ਨਿਕਲ ਜਾਣਗੇ, 50% ਚਾਹੀਦੇ ਨੇ, ਉਹ ਤਾਂ ਠੀਕ ਹੈ। ਜੇ 50 ਤੋਂ ਥੱਲੇ ਹੋਏ ਤਾਂ ਫਿਰ ਉਹਨਾਂ ਦਾ ਵੀਜ਼ਾ ਰਿਸਕ ਵਿੱਚ ਆਏਗਾ। ਅਤੇ ਇਹੋ ਜਿਹੇ ਪ੍ਰੋਫਾਈਲ ਨੂੰ ਕੰਸੀਡਰ ਕਰਦੇ ਹੋਏ, ਜੇ ਪ੍ਰੋਫਾਈਲ ਚੰਗਾ ਹੈਗਾ, ਮਾਰਕਸ ਚੰਗੇ ਹੈਗੇ, ਰਿਫਿਊਜ਼ਲ ਕਈ ਵਾਰੀ ਕੋਈ ਸਟ੍ਰਿਕਟ ਵੀਜ਼ਾ ਅਫਸਰ ਰਿਫਿਊਜ਼ ਕਰ ਦਿੰਦਾ, ਦੁਬਾਰਾ ਲਾਵਾਂਗੇ ਵੀਜ਼ਾ ਲੱਗੇਗਾ। ਤੁਸੀਂ ਦੱਸ ਰਹੇ ਸੀ ਕਿ ਕੋਈ ਡੈਫਰਡ ਨੂੰ ਲੈ ਕੇ ਵੀ ਧਰਨੇ ਧੁਰਨੇ ਲੱਗੇ। ਮੈਂ ਚਲੋ ਕਿਸੇ ਕਾਲਜ ਨੂੰ ਜਾਂ ਕਿਸੇ ਨੂੰ ਅਸੀਂ ਬਦਨਾਮ ਨਹੀਂ ਕਰਨਾ ਚਾਹੁੰਦੇ, ਸਵਾਲ ਇਹ ਪੈਦਾ ਹੋ ਜਾਂਦਾ ਕਿ ਮਸਲਾ ਕੀ ਹੈ ਡੈਫਰਡ? ਬਿਲਕੁਲ, ਦੇਖੋ ਉਹੀ ਚੀਜ਼ ਜਿੱਦਾਂ ਮੈਂ ਪਹਿਲਾਂ ਸਤੰਬਰ ਇਨਟੇਕ ਦੀ ਜਿਹੜਾ ਤੁਸੀਂ ਸਵਾਲ ਕੀਤਾ ਸੀ ਸੰਧੂ ਸਾਹਿਬ, ਉਸ ਦਾ ਮੈਂ ਜਵਾਬ ਦਿੱਤਾ ਸੀ ਵੀ ਡੈਫਰਮੈਂਟ, ਕਿਉਂਕਿ ਰਸ਼ ਬਹੁਤ ਜ਼ਿਆਦਾ ਚੱਲਦਾ ਪਿਆ। ਬਾਕੀ ਕੰਟਰੀਜ਼ ਆਲਮੋਸਟ ਬੰਦ ਨੇ ਕਰੋਨਾ ਦੇ ਵਿੱਚ, ਇਸ ਟਾਈਮ ਵੀ ਕਾਫੀ ਬੰਦ ਨੇ, ਖੁੱਲ੍ਹੇ ਨਹੀਂ ਦਰਵਾਜ਼ੇ। ਨਿਊਜ਼ੀਲੈਂਡ ਦੇ ਮਾੜੇ ਮੋਟੇ ਕੁਝ ਸ਼ੁਰੂ ਕੀਤਾ ਉਹਨਾਂ ਨੇ, ਆਲਮੋਸਟ ਬੰਦ ਰਿਹਾ 2 ਸਾਲ। ਆਸਟ੍ਰੇਲੀਆ ਨੇ ਥੋੜ੍ਹਾ ਬਹੁਤ ਖੁੱਲ੍ਹਿਆ, ਇਸੇ ਤਰੀਕੇ ਨਾਲ ਬਹੁਤ ਸਾਰੇ ਬੰਦ ਰਹੇ। ਉੱਥੇ PR ਨਹੀਂ ਹੁੰਦੀ, ਬੜੀ ਦੁਨੀਆ ਕੈਨੇਡਾ ਨੰਬਰ 1 ਡੈਸਟੀਨੇਸ਼ਨ ਚੋਇਸ ਹੈਗੀ ਹੈ, ਔਰ ਖ਼ਾਸ ਤੌਰ 'ਤੇ ਇੰਡੀਆ ਦੇ ਵਿੱਚ, ਖ਼ਾਸ ਤੌਰ 'ਤੇ ਪੰਜਾਬ ਦੇ ਵਿੱਚ ਉੱਥੇ ਲੋੜ ਵੀ ਬਹੁਤ ਜ਼ਿਆਦਾ ਹੈ, PR ਵੀ ਬੜੀ ਸੌਖੀ ਦਿੰਦੇ ਹੈਗੇ, ਬੈਨੀਫਿਟਸ ਬਹੁਤ ਹੈਗੇ ਨੇ, ਇਸ ਕਰਕੇ ਰਸ਼ ਬਹੁਤ ਜ਼ਿਆਦਾ ਹੈਗਾ। ਇਸ ਕਰਕੇ ਉੱਥੇ ਸੀਟਾਂ ਆਲਰੇਡੀ ਫੁੱਲ ਹੋ ਜਾਂਦੀਆਂ। ਅੱਜ ਆਪਾਂ ਜੂਨ ਦੇ ਵਿੱਚ ਜਿਹੜੀ ਹੈਗੀ ਹੈ, ਜੂਨ ਦੇ ਐਡਮਿਸ਼ਨਾਂ ਕਰਦੇ ਪਏ ਹਾਂ ਜਿਹੜੀ ਕਾਲਜਿਸ ਦੇ ਵਿੱਚ, ਇਹ ਜਨਵਰੀ ਇਨਟੇਕ ਦੇ ਵੀ ਬਹੁਤ ਸਾਰੇ ਕਾਲਜ ਦੀ ਸੀਟਾਂ ਆਲਰੇਡੀ ਫੁੱਲ ਹੋ ਚੁੱਕੀਆਂ। ਸੋ ਇਹ ਕਾਫੀ ਐਡਵਾਂਸ ਦੇ ਵਿੱਚ ਫੁੱਲ ਹੋ ਜਾਂਦੀਆਂ। ਜਦੋਂ ਅੱਜ ਸਤੰਬਰ ਦੇ ਵਿੱਚ ਜਿਸ ਤਰ੍ਹਾਂ ਮਈ ਵਾਲੇ ਸਟੂਡੈਂਟ ਸੀਗੇ, ਉਹਨਾਂ ਨੇ ਡੈਫਰਮੈਂਟ ਲੈਣ ਦੇ ਵਾਸਤੇ ਰਿਕੁਐਸਟ ਕੀਤੀ ਕਿ ਸਤੰਬਰ 'ਚ ਡੈਫਰਮੈਂਟ ਕਰ ਦਿਓ। ਕਾਲਜ ਕਹਿੰਦੇ ਜੀ ਸਤੰਬਰ ਦੀ ਸੀਟਾਂ ਆਲਰੇਡੀ ਫੁੱਲ ਨੇ, ਹੁਣ ਜਨਵਰੀ ਦੀ ਲੈ ਲਓ। ਸੀਟਾਂ ਇੰਨੀਆਂ ਜ਼ਿਆਦਾ ਫੁੱਲ ਸੀਗੀਆਂ, ਜ਼ਿਆਦਾ ਸੀਟਾਂ ਭਰੀਆਂ ਸੀ ਕਾਲਜ ਨੇ। ਇੱਕ ਕਾਲਜ ਇਸ ਤਰ੍ਹਾਂ ਦਾ ਸੀਗਾ ਕਿ ਉਹਨਾਂ ਦੇ ਵਿੱਚ ਉਹਨਾਂ ਜਿਹੜੇ ਬੱਚੇ ਆਲਰੇਡੀ ਪੜ੍ਹਦੇ ਪਏ ਸੀ, ਉਹਨਾਂ ਨੇ ਸੀਟਾਂ ਨਹੀਂ ਦਿੱਤੀਆਂ। ਬੱਚਿਆਂ ਨੇ ਕੁਛ ਉਹਨਾਂ ਦੇ ਪ੍ਰੋਟੈਸਟ ਕੀਤਾ, ਉਸ ਤੋਂ ਬਾਅਦ ਕਾਫੀ ਹੱਦ ਤੱਕ ਅਕੋਮੋਡੇਟ ਕਰ ਲਿਆ। ਲੇਕਿਨ ਇਹ ਹੁੰਦਾ ਇਹ ਇਹੋ ਜਿਹੀ ਕੋਈ ਸਿਚੁਏਸ਼ਨ 10-15-20 ਕਾਲਜ ਵਿੱਚੋਂ ਇੱਕ ਕਾਲਜ ਵਿੱਚ ਆਉਂਦੀ ਹੈਗੀ ਹੈ, ਜਿਨ੍ਹਾਂ ਨੂੰ ਜਿੰਨੀਆਂ ਵੀ ਔਰ ਅਲੱਗ-ਅਲੱਗ ਟਾਈਮ 'ਤੇ ਐਮਬੈਸੀਜ਼ ਦੇ ਵਿੱਚ ਵੀ ਪ੍ਰੋਬਲਮਸ ਆ ਜਾਂਦੀਆਂ ਨੇ, ਕਾਲਜਿਸ ਵਿੱਚ ਵੀ ਪ੍ਰੋਬਲਮਸ ਆ ਜਾਂਦੀਆਂ ਨੇ। ਸੋ ਉਹ ਸਾਰੀਆਂ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਐਕਸਪਰਟ ਇਮੀਗ੍ਰੇਸ਼ਨ ਕੰਸਲਟੈਂਟ ਦਾ ਹੀ ਕੰਮ ਹੈਗਾ। ਐਂਡ ਡੈਫੀਨੇਟਲੀ ਵੀ ਟੇਕ ਕੇਅਰ ਆਫ ਆਲ ਦੈਟ। ਮੈਂ CICC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ ਹੈਗਾ, ਲੇਟੈਸਟ ਅਪਡੇਟਸ ਨਾਲ ਜਾਣੂ। ਕੈਨੇਡਾ ਐਮਬੈਸੀ ਵੱਲੋਂ CICC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ੀਗਨੇਟਡ ਬੋਡੀ ਹੈਗੀ ਆ, ਉਸ ਦੇ ਵੱਲੋਂ। ਸੋ ਇਹ ਸਾਰੀਆਂ ਚੀਜ਼ਾਂ ਦੇ ਐਕਸਪਰਟਿਜ਼ ਨੂੰ ਧਿਆਨ 'ਚ ਰੱਖ ਕੇ ਇਹ ਜਿਹੜੀ ਡੈਫਰਮੈਂਟਸ ਨੇ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਤਾਂ ਰੱਖਦੇ ਆ, ਲੇਕਿਨ ਸਾਨੂੰ ਸਟੂਡੈਂਟਸ ਨੂੰ ਵੀ, ਪੇਰੈਂਟਸ ਨੂੰ ਵੀ ਜਲਦਬਾਜ਼ੀ ਕਰਨ ਦੇ ਬਜਾਏ, ਐਪਰੀਹੈਂਸਿਵ ਜਲਦਬਾਜ਼ੀ, ਜਲਦੀ ਜਾਣਾ ਜਾਂ ਕੋਈ ਇਸ ਤਰ੍ਹਾਂ ਦੀਆਂ ਕੁਛ ਲਾਪਰਵਾਹੀਆਂ, ਜਲਦਬਾਜ਼ੀਆਂ ਕਰਨ ਦੇ ਬਜਾਏ ਇਹਤਿਆਤ ਲੈ ਕੇ ਸਾਡੀਆਂ ਜਿਹੜੀ ਐਡਵਾਈਸ ਹੈ, ਸਲਾਹਾਂ ਨੇ, ਉਹਨਾਂ ਨੂੰ ਧਿਆਨ ਦੇ ਕੇ ਕਰਨਾ ਚਾਹੀਦਾ ਤਾਂ ਕਿ ਬਚ ਕੇ ਖਿਆਲ ਕਰਕੇ ਆਪਣਾ ਕੰਮ ਚੱਲੇ। 1 ਮਿੰਟ ਦਾ ਸਮਾਂ ਬਚਿਆ ਜੀ। ਸਿਰਫ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਬੱਚੇ ਸਪੌਸ ਕੇਸ ਲਾ ਰਹੇ ਨੇ, ਉਹਦੇ ਵਿੱਚ ਬਹੁਤ ਗਲਤੀਆਂ ਪੰਜਾਬ 'ਚ ਹੁੰਦੀਆਂ ਔਰ ਖਮਿਆਜ਼ਾ ਸਟੂਡੈਂਟ ਭੁਗਤਦਾ ਰਹਿੰਦਾ, ਰਿਫਿਊਜ਼ਲ ਪਰਿਵਾਰ ਟੁੱਟ ਜਾਂਦੇ ਨੇ। ਇਹਦੇ ਬਾਰੇ ਕੋਈ ਥੋੜਾ ਜਿਹਾ, ਬਸ 1 ਮਿੰਟ ਦਾ ਸਮਾਂ ਹੈਗਾ, ਕੁਝ ਟਿਪਸ ਦੋਗੇ ਕਿ ਕੀ ਦੇਖੋ, ਸਭ ਤੋਂ ਪਹਿਲੇ ਦੇਖੋ ਇੱਕ ਚੀਜ਼ ਸਾਨੂੰ ਜਿਹੜੀ ਮੈਂ ਦੇਖੀ ਹੈ ਵੱਡੀ ਪ੍ਰੋਬਲਮ ਕੀ ਹੈ ਕਿ ਸਪਾਊਸ ਦੇ ਕੇਸਿਸ ਹੋਣ ਜਾਂ ਵਿਜ਼ਟਰ ਵੀਜ਼ਾ ਦੇ, ਸੁਪਰ ਵੀਜ਼ਾ ਦੇ, ਜਿੰਨੇ ਵੀ ਕੇਸਿਸ ਟੈਂਪਰੇਰੀ ਰੈਜ਼ੀਡੈਂਸ ਦੇ ਨੇ, ਇਹ ਆ ਜਾਂਦੇ ਸਾਡੇ ਕੋਲ ਕਾਗਜ਼ ਲੈ ਕੇ ਜੀ ਇਹ ਬੈਂਕ ਦੇ ਵਿੱਚ 2 ਲੱਖ ਪਏ ਨੇ, ਹੁਣੇ ਕੱਲ੍ਹ ਪਾਏ ਸੀਗੇ, ਆਹ ਕਾਗਜ਼ ਪਏ ਨੇ, ਤੁਸੀਂ ਅਪਲਾਈ ਕਰ ਦਿਓ। ਨਹੀਂ, ਫੰਡਸ ਜਿਹੜੇ ਨੇ 6 ਮਹੀਨੇ ਪੁਰਾਣੇ, ਇਸ ਖਾਸ ਤੁਸੀਂ ਸਪਾਊਸ ਦੀ ਗੱਲ ਕੀਤੀ, ਖਾਸ ਤੌਰ 'ਤੇ ਸਪਾਊਸ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਇਹ ਪੁਰਾਣੇ ਫੰਡਸ ਚਾਹੀਦੇ ਹੁੰਦੇ ਨੇ ਬੈਂਕ ਦੇ ਵਿੱਚ। 6 ਮਹੀਨੇ ਪੁਰਾਣੇ ਕੰਸਿਸਟੈਂਟ ਪੁਰਾਣੇ ਪਏ ਹੋਏ ਨੇ, ਔਰ ਤਨਖਾਹ ਵਗੈਰਾ ਆਉਂਦੀ ਆ ਉਹਨੂੰ ਉਹਦੇ ਵਿੱਚ ਅਕਾਊਂਟ ਦੇ ਵਿੱਚ ਹੀ ਰੱਖੋ, ਥੋੜ੍ਹੇ ਜਿਹੇ ਖਰਚੇ ਵਾਸਤੇ ਕੱਢੋ। ਔਰ ਡਾਕੂਮੈਂਟੇਸ਼ਨ ਜਿਹੜੀ ਆ ਪ੍ਰੋਪਰ ਚਾਹੀਦੀ ਆ। ਉਹੀ ਹੈ ਕਿ ਐਜੂਕੇਟਿਡ ਕੰਸਲਟੈਂਟ ਹੋਵੇ, ਧਿਆਨ ਨਾਲ ਕੇਸ ਲਾਇਆ ਹੋਵੇ, ਇਹ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋਣ। ਔਰ ਤੁਸੀਂ ਜਿਹੜੇ ਕਲਾਇੰਟ ਹੈਗੇ ਨੇ, ਜਿਹੜੇ ਸਪਾਊਸ ਵੀਜ਼ਾ ਹੈ ਜਾਂ ਸਟੱਡੀ ਵੀਜ਼ਾ ਜਾਂ ਕੋਈ ਵੀ ਆ, ਉਹ ਆਪਣਾ ਇੱਕ ਐਕਸਪਰਟ ਕੰਸਲਟੈਂਟ ਚੁਣ ਕੇ ਉਸ ਦੀ ਸਲਾਹ ਨਾਲ ਵੀ ਚੱਲਣ। ਬਹੁਤ ਸਾਰੇ ਇਹੋ ਜਿਹੇ ਵੀ ਨੇ ਜੀ, ਫਲਾਣੇ ਨੇ ਇੱਦਾਂ ਕਹਿਤਾ, ਫਲਾਣੇ ਨੇ ਇੱਦਾਂ, ਇੰਟਰਨੈਟ 'ਤੇ ਆਹ ਲਿਖਿਆ, ਅੱਛਾ ਆਪਣੇ ਹਿਸਾਬ ਨਾਲ ਚੱਲਦੇ ਨੇ। ਨਹੀਂ, ਕੰਸਲਟੈਂਟ ਦੀ ਐਕਸਪਰਟੀਜ਼ ਹੁੰਦੀ ਹੈ, ਸਿਆਣਪ ਹੁੰਦੀ ਹੈ, ਉਸ ਦੇ ਹਿਸਾਬ ਨਾਲ ਰੂਲ ਰੈਗੂਲੇਸ਼ਨ ਨੂੰ ਪੂਰਾ ਕਰਦੇ, ਸ਼ਰਤਾਂ ਨੂੰ ਪੂਰਾ ਕਰਕੇ ਹੀ ਉਸ ਦੀ ਸਲਾਹ ਨੂੰ ਮੰਨ ਕੇ। ਅਸੀਂ ਕਈ ਵਾਰ ਕਹਿ ਦਿੰਦੇ ਜੀ ਪੁਰਾਣੇ ਫੰਡ ਚਾਹੀਦੇ, ਕਹਿੰਦੇ ਤੁਸੀਂ ਲਾ ਦਿਓ, ਦੇਖੀ ਜਾਊਗੀ ਫਟਾਫਟ, ਬਾਅਦ ਜੇ ਨਾ ਲੱਗੇ ਫਿਰ ਉਹ ਕਹਿੰਦੇ ਜੀ ਫਿਰ ਨੈਚੁਰਲ ਅਪਸੈਟ ਹੁੰਦੇ ਨੇ, ਟੈਨਸ਼ਨ। ਗਲਤੀਆਂ ਤਾਂ ਬਿਲਕੁਲ ਹੁੰਦੀਆਂ ਜੀ। ਗਲਤੀਆਂ ਦਾ ਕਾਰਨ ਵੀ ਇਹ ਹੈ ਕਿ ਅਸੀਂ, ਪੰਜਾਬੀ ਦੀ ਕਹਾਵਤ ਹੈ ਕਿ ਬੂਹੇ ਆਈ ਜੰਨ, ਕੁੜੀ ਦੇ ਬਿੰਨੋਂ ਕੰਨ। ਬਿਲਕੁਲ, ਅਸੀਂ ਜਦੋਂ ਅਪਲਾਈ ਕਰਨਾ ਉਸ ਦਿਨ ਹੀ ਆਪਣੀਆਂ ਅਲਮਾਰੀਆਂ ਝਾੜ ਦਾਂਗੇ ਕਿਹੜੇ ਕਾਗਜ਼ ਹੈਗੇ ਆ। 6 ਮਹੀਨੇ ਪਹਿਲਾਂ, 1 ਸਾਲ ਪਹਿਲਾਂ ਸਾਨੂੰ ਜਦੋਂ ਆਪਾਂ ਸੋਚ ਲਿਆ ਕਿ ਇਸ ਵੀਜ਼ਾ ਤੇ ਅਸੀਂ ਬਾਹਰ ਜਾਣਾ ਹੈ, ਨਾਲ ਹੀ ਫਟਾਫਟ ਕੰਸਲਟੈਂਟ ਚੁਣ ਕੇ ਤੇ ਉਸ ਦੇ ਹਿਸਾਬ ਦੇ ਨਾਲ
ਟਾਈਮ ਦਿਓ Document, ਕਾਗਜ਼ ਹਾਂ, ਪੱਤਰ ਪੂਰੇ document, ਕਰਨ ਨੂੰ। ਬਿਲਕੁਲ ਬਿਲਕੁਲ ਔਰ ਇੱਕ ਸਮਾਂ ਚੀਜ਼ ਦੇਖੀਏ ਕਿ ਕਾਗਜ਼ ਆਪ ਕਾਗਜ਼ ਦੇਣ ਨੂੰ ਭਾਵੇਂ 4 ਮਹੀਨੇ ਲਾ ਦੇਣ, ਜਿਸ ਦਿਨ ਕਾਗਜ਼ ਕੰਸਲਟੈਂਟ ਨੂੰ ਦੇਤੇ ਅੱਜ ਹੀ ਫਾਈਲ ਲੱਗਣੀ ਨਾ, ਚਾਹੀਦੀ, ਉਸ ਦਿਨ ਫਟਾਫਟ ਲਾ ਤਾਂ ਦਿਓ। ਇਹ ਹੁੰਦਾ ਉਹਨਾਂ ਨਾ ਨੂੰ ਸਰ। ਗਿਵ ਹਿਮ ਟਾਈਮ ਕਿ ਵੀ ਉਹ ਪ੍ਰਿਪੇਅਰ ਤੁਹਾਡੀ ਫਾਈਲ ਪ੍ਰੋਪਰਲੀ ਤਿਆਰ ਕਰੇ ਔਰ ਤਰੀਕੇਦਾਰ ਲੱਗੇ। ਉਸ ਦਿਨ ਤਾਂ ਇਹ ਹੁੰਦਾ ਹੈ ਕਿ ਜਦੋਂ ਕੰਸਲਟੈਂਟ ਨੂੰ ਫਾਈਲ ਦੇ ਕੇ ਆ ਜਾਂਦੇ ਆ 43 ਦੇ ਬੱਸ ਸਟੈਂਡ ਪਹੁੰਚ ਕੇ ਵੀ ਫੋਨ ਕਰ ਲੈਣਾ, ਡਾਕਟਰ ਸਾਹਿਬ ਵੀਜ਼ਾ ਤਾਂ ਨਹੀਂ ਆਇਆ ਉਸੇ ਦਿਨ ਹੀ। ਬਿਲਕੁਲ ਸੋ ਸ਼ੁਕਰੀਆ ਜੀ, ਮਾਫੀ ਚਾਹਾਂਗੇ ਜੇ ਕਿਸੇ ਨੂੰ ਸਾਡੀਆਂ ਗੱਲਾਂ ਬੁਰੀਆਂ ਲੱਗੀਆਂ, ਪਰ ਥੋੜਾ ਜਿਹਾ ਪੰਜਾਬੀਆਂ ਨੂੰ ਸਿੰਸੀਅਰ ਹੋਣਾ ਪਏਗਾ, ਕਿਉਂਕਿ ਵਿਦੇਸ਼ ਜਾਣਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ ਲਾਈਫ ਦਾ। ਤੁਸੀਂ ਸਾਰਾ ਕੁਝ ਹੀ ਚੇਂਜ ਕਰਦੇ ਹੋ ਆਪਣਾ। ਕੋਈ ਅਜਿਹੀ ਮਾੜੀ ਆਦਤ ਇਨਲੀਗਲ ਕੁਝ ਨਾਲ ਚਲੇ ਗਿਆ ਤਾਂ ਉਹ ਲਾਈਫ ਤੁਹਾਡੀ ਔਰ ਆਉਣ ਵਾਲੇ ਪਰਿਵਾਰ ਦੀ ਖਰਾਬ ਕਰ ਸਕਦਾ। ਇਸ ਕਰਕੇ ਚੰਗੇ ਕੰਸਲਟੈਂਟ ਦੀ ਚੋਣ ਕਰੋ, ਟ੍ਰੇਨਡ ਲਾਇਸੈਂਸਡ ਮਨਜ਼ੂਰ ਸ਼ੁਦਾ ਲੋਕਾਂ ਦੀ ਸਲਾਹ ਲੈ ਕੇ ਹੀ ਆਪਣਾ ਸਟੈਪ ਲਓ। ਸ਼ੁਕਰੀਆ।